ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਭਾਈ ਸਾਹਿਬ ਭਾਈ ਰਘਬੀਰ ਸਿੰਘ ਬੀਰ ਜੀ ਹੋਣਾ ਦੇ ਜੋ ਅਨੰਤ ਦੀ ਯਾਤਰਾ ਬਾਰੇ ਪ੍ਰਗਟਾਏ ਗਏ ਵਿਚਾਰਾਂ ਨੂੰ ਆਪ ਜੀ ਨਾਲ ਸਾਂਝਾ ਕੀਤਾ ਸੀ। ਜੋ ਉਹਨਾਂ ਨੇ ਅਧਿਆਤਮਕ ਤੌਰ 'ਤੇ ਅਨੁਭਵ ਹਾਸਲ ਕੀਤਾ, ਜੋ ਅਧਿਆਤਮਕ ਉਚਾਈ ਨੂੰ ਉਹਨਾਂ ਨੇ ਹਾਸਲ ਕੀਤਾ, ਉਸ ਬਾਰੇ ਪਿਛਲੇ ਪ੍ਰਸੰਗ ਵਿੱਚ ਆਪਾਂ ਸਾਂਝ ਪਾਈ ਸੀ। ਅੱਜ ਦੇ ਪ੍ਰਸੰਗ ਦੁਆਰਾ ਭਾਈ ਰਘਬੀਰ ਸਿੰਘ ਬੀਰ ਜੀ ਦੀ ਕੁਝ ਸਾਲਾਂ ਬਾਅਦ ਜੋ ਅਧਿਆਤਮਕ ਤੌਰ 'ਤੇ ਉੱਨਤੀ ਹੋਈ, ਉਸ ਬਾਰੇ ਸਮਝਣ ਦਾ ਯਤਨ ਕਰਾਂਗੇ, ਉਸ ਨੂੰ ਜਾਣਨ ਦਾ ਯਤਨ ਕਰਾਂਗੇ। ਕਿਉਂਕਿ ਜਿਹੜਾ ਉਹਨਾਂ ਨੇ ਪਹਿਲਾ ਆਪਣਾ ਅਨੁਭਵ ਸਾਡੇ ਨਾਲ ਸ਼ੇਅਰ ਕੀਤਾ ਸੀ, ਉਹ 1952 ਵਿੱਚ ਲਿਖਿਆ ਗਿਆ ਸੀ। ਉਸ ਤੋਂ ਬਾਅਦ ਆਪ ਜੀ ਲਿਖਦੇ ਹਨ ਕਿ ਮੈਨੂੰ ਬਹੁਤ ਸਾਰੀਆਂ ਚਿੱਠੀਆਂ ਆਈਆਂ ਕਿ ਹੁਣ ਉਹ ਕਿਸ ਅਵਸਥਾ ਦੇ ਵਿੱਚ ਵਿਚਰ ਰਹੇ ਹਨ, ਉਹਨਾਂ ਦਾ ਸਿਮਰਨ ਅਭਿਆਸ ਕਿਸ ਤਰ੍ਹਾਂ ਦੇ ਤਜਰਬਿਆਂ ਵਿੱਚੋਂ ਗੁਜ਼ਰਿਆ ਹੈ। ਕਿਉਂਕਿ ਜਿਹੜਾ 1952 ਤੋਂ ਬਾਅਦ ਜਿਹੜਾ ਇਹ ਉਹਨਾਂ ਨੇ ਆਪਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ ਹੈ, ਉਹ 1967 ਦਾ ਹੈ। ਲਗਭਗ 15 ਕੁ ਸਾਲਾਂ ਦਾ ਇਸ ਵਿੱਚ ਗੈਪ ਹੈ। ਅਤੇ ਭਾਈ ਸਾਹਿਬ ਕਹਿੰਦੇ ਨੇ ਕਿ ਮੈਂ ਹੁਣ ਉਹਨਾਂ ਨਾਮ ਦੇ ਰਸੀਆਂ ਦੇ ਚਰਨਾਂ ਦੇ ਵਿੱਚ ਇਸ ਅਭਿਆਸ ਸੰਬੰਧੀ ਜੋ ਅਨੁਭਵ ਹੋਇਆ ਹੈ, ਉਸ ਨੂੰ ਨਿਮਰਤਾ ਸਹਿਤ ਭੇਟਾ ਕਰ ਰਿਹਾ ਹਾਂ। ਪਿਛਲੇ ਪ੍ਰਸੰਗ ਦੇ ਵਿੱਚ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਸੀ ਕਿ ਮੈਨੂੰ ਹੁਣ ਅੱਧਾ ਕੁ ਘੰਟਾ ਆਪਣੇ ਵਾਹਿਗੁਰੂ ਦੇ ਪਾਸ ਪਹੁੰਚਣ ਦੇ ਵਿੱਚ ਲੱਗ ਜਾਂਦਾ ਹੈ, ਉਹ ਹੁਣ ਇਸ ਅਵਸਥਾ ਦੇ ਵਿੱਚ ਜੋ ਕਿ ਲਗਭਗ 15 ਸਾਲ ਬਾਅਦ ਦੀ ਹੈ, ਉਸ ਵਿੱਚ ਲਿਖਦੇ ਹਨ ਕਿ ਹੁਣ ਮੈਨੂੰ ਆਪਣੇ ਵਾਹਿਗੁਰੂ ਪਾਸ ਪਹੁੰਚਣ ਤੱਕ ਬਿਲਕੁਲ ਵੀ ਸਮਾਂ ਨਹੀਂ ਲੱਗਦਾ। ਅੱਖਾਂ ਮੀਟਦਿਆਂ ਹੀ ਮੇਰੀ ਸੁਰਤ ਆਪਣੇ ਧੁਰ ਦੇ ਕੇਂਦਰ, ਆਪਣੇ ਆਪੇ, ਆਪਣੇ ਮੂਲ ਜਾਂ ਆਪਣੇ ਸ੍ਰੀ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਖਲੋਂਦੀ ਹੈ। ਐਸਾ ਪ੍ਰਤੀਤ ਹੁੰਦਾ ਹੈ ਕਿ ਮੇਰੇ ਅਤੇ ਉਸ ਦੇ ਵਿਚਕਾਰ ਜਿਹੜੇ ਭਰਮ ਜਾਂ ਮਾਇਆ ਦੇ ਪਰਦੇ ਸਨ, ਉਹਨਾਂ ਨੂੰ ਉਸਨੇ ਆਪੇ ਹੀ ਦੂਰ ਕਰ ਦਿੱਤਾ ਹੈ ਅਤੇ ਮੇਰੇ ਅੱਖਾਂ ਮੀਟਦਿਆਂ ਹੀ ਸਭ ਤੋਂ ਪਹਿਲਾ ਦ੍ਰਿਸ਼ ਜਾਂ ਤਜਰਬਾ ਮੇਰੇ ਵਾਹਿਗੁਰੂ ਜੀ ਆਪ ਹੁੰਦੇ ਹਨ। ਇਹ ਸਭ ਕੁਝ ਮੇਰੀ ਸੁਰਤ ਜਾਂ ਮੇਰੇ ਅਨੁਭਵ ਵਿੱਚ ਦਿਸਦਾ ਹੈ। ਇਸ ਵਿੱਚ ਮੇਰੀ ਆਪਣੀ ਕਲਪਨਾ ਬਿਲਕੁਲ ਨਹੀਂ ਹੁੰਦੀ, ਸਗੋਂ ਐਸਾ ਉਸ ਵਕਤ ਹੁੰਦਾ ਹੈ ਜਦੋਂ ਮੇਰੇ ਵਿੱਚੋਂ ਮੇਰੀ ਹਉਮੈ ਪੂਰੇ ਤੌਰ 'ਤੇ ਨਿਕਲ ਗਈ ਹੋਵੇ। ਜਿੱਥੇ ਹਉਮੈ ਹੀ ਨਾ ਹੋਵੇ, ਉੱਥੇ ਕਲਪਨਾ ਕੌਣ ਤੇ ਕਿਵੇਂ ਕਰੇ। ਸਿਮਰਨ ਅਭਿਆਸ ਵਿੱਚ ਆਪਣੀ ਹਉਮੈ ਨੂੰ ਦੂਰ ਕਰ ਸਕਣਾ ਜਾਂ ਆਪਣੇ ਵਿੱਚੋਂ ਕੱਢ ਸਕਣਾ ਮੈਨੂੰ ਨਾਮ ਜਪਦਿਆਂ ਜਪਦਿਆਂ ਆਪੇ ਹੀ ਆ ਗਿਆ ਹੈ। ਮੈਂ ਇਸ ਤਰੀਕੇ ਨੂੰ ਸਮਝਦਾ ਤਾਂ ਹਾਂ, ਪਰ ਬਿਆਨ ਕਰਨ ਵਿੱਚ ਮੁਸ਼ਕਲ ਪ੍ਰਤੀਤ ਕਰਦਾ ਹਾਂ। ਫਿਰ ਵੀ ਕੋਸ਼ਿਸ਼ ਕਰਦਾ ਹਾਂ, ਕਿਉਂਕਿ ਇਸ ਬਾਰੇ ਮੈਥੋਂ ਖਾਸ ਤੌਰ 'ਤੇ ਪੁੱਛਿਆ ਜਾਂਦਾ ਰਿਹਾ ਹੈ। ਪਹਿਲੇ ਮੈਂ ਅਭਿਆਸ ਵੇਲੇ ਆਪਣੀ ਸੁਰਤ ਵਿੱਚੋਂ ਸਰੀਰ ਦਾ ਖਿਆਲ ਕੱਢ ਦਿੰਦਾ ਹੁੰਦਾ ਸਾਂ ਅਤੇ ਸਿਮਰਨ ਜਾਰੀ ਰੱਖਦਾ ਸਾਂ। ਐਸਾ ਕਰਨ ਨਾਲ ਅਭਿਆਸ ਵਿੱਚ ਸਰੀਰ ਦਾ ਉੱਕਾ ਹੀ ਖਿਆਲ ਅਲੋਪ ਹੋ ਜਾਂਦਾ ਅਤੇ ਮੇਰਾ ਅਭਿਆਸ ਕਾਇਮ ਰਹਿੰਦਾ। ਫਿਰ ਮੈਂ ਅਭਿਆਸ ਅੰਦਰ ਖਿਆਲ ਨੂੰ ਸੁਰਤ ਵਿੱਚੋਂ ਕੱਢ ਕੇ ਸਿਮਰਨ ਜਾਰੀ ਰੱਖਣ ਦਾ ਅਭਿਆਸ ਕਰਨ ਲੱਗ ਪਿਆ। ਇਸ ਨਾਲ ਕੁਝ ਚਿਰ ਮਗਰੋਂ ਅਭਿਆਸ ਅੰਦਰ ਮੇਰੀ ਸੁਰਤ ਮਨ ਅਤੇ ਮਨ ਦਿਆਂ ਫੁਰਨਿਆਂ ਤੋਂ ਖਾਲੀ ਰਹਿ ਕੇ ਸਿਮਰਨ ਕਰਨ ਲੱਗ ਪਈ। ਜਿਉਂ-ਜਿਉਂ ਮੈਂ ਮਨ ਨੂੰ ਸੁਰਤ ਵਿੱਚੋਂ ਕੱਢ ਕੇ ਸਿਮਰਨ ਦੀ ਆਦਤ ਪਾਉਂਦਾ ਗਿਆ, ਤਿਉਂ-ਤਿਉਂ ਸਿਮਰਨ ਅਭਿਆਸ ਵੇਲੇ ਜਗਤ ਰਚਨਾ ਅਲੋਪ ਹੋ ਜਾਂਦੀ ਗਈ। ਫਿਰ ਮੈਨੂੰ ਅੰਦਰੋਂ ਹੀ ਇਹ ਸਮਝਾਇਆ ਗਿਆ ਕਿ ਜਗਤ ਰਚਨਾ ਦਾ ਕੇਵਲ ਮਨ ਨਾਲ ਹੀ ਸੰਬੰਧ ਹੈ। ਜਦ ਤੱਕ ਮਨ ਕਾਇਮ ਰਹੇ,
ਜਗਤ ਰਚਨਾ ਵੀ ਮੇਰੇ ਅੰਦਰ ਰਹੇਗੀ। ਪਰ ਜਦ ਮੇਰੀ ਸੁਰਤ ਵਿੱਚੋਂ ਮਨ ਨੂੰ ਜਾਂ ਹਉਮੈ ਨੂੰ ਕੱਢ ਦਿੱਤਾ ਜਾਵੇ ਜਾਂ ਐਲੀਮੀਨੇਟ ਕਰ ਦਿੱਤਾ ਜਾਵੇ ਤਾਂ ਦੇਸ਼, ਕਾਲ, ਕਾਰਨ ਅਤੇ ਸਮੁੱਚੀ ਜਗਤ ਰਚਨਾ ਵੀ ਮਨ ਦੇ ਨਾਲ ਅਲੋਪ ਹੋ ਜਾਵੇਗੀ। ਦੇਸ਼, ਕਾਲ, ਕਾਰਨ ਸਿਰਫ ਮਨ ਕਰਕੇ ਹੀ ਹੁੰਦੇ ਹਨ। ਜਦ ਮਨ ਹੀ ਨਾ ਰਹੇ ਤਾਂ ਇਹ ਵੀ ਨਹੀਂ ਰਹਿੰਦੇ। ਵਾਹਿਗੁਰੂ ਜੀ ਵੱਲੋਂ ਸਿਮਰਨ ਦੀ ਇਸ ਅਵਸਥਾ ਦੀ ਆਦਤ ਮੈਨੂੰ ਪਾਈ ਗਈ ਅਤੇ ਇਸ ਆਦਤ ਦੇ ਪਾਉਣ ਵਾਸਤੇ ਯੋਗ ਵਾਤਾਵਰਨ ਅਤੇ ਸਹੂਲਤਾਂ ਬਖਸ਼ੀਆਂ ਗਈਆਂ। ਇਸ ਅਵਸਥਾ ਵਿੱਚ ਮਨ ਅਤੇ ਜਗਤ ਰਚਨਾ ਬਿਲਕੁਲ ਅਲੋਪ ਹੋ ਜਾਂਦੇ ਹਨ। ਮੈਂ ਸੁਰਤ ਰੂਪ ਬਣ ਕੇ ਆਪਣੇ ਆਪੇ ਵਿੱਚ ਚੁੱਭੀ ਲਗਾਉਂਦਾ ਅਤੇ ਬਿਲਕੁਲ ਆਪਣਾ ਆਪਾ ਹੀ ਬਣ ਜਾਂਦਾ ਹਾਂ। ਇੱਥੇ ਮੇਰੇ ਆਪਣੇ ਆਪੇ ਤੋਂ ਬਗੈਰ ਹੋਰ ਕੁਝ ਨਹੀਂ ਸੀ ਰਹਿ ਜਾਂਦਾ। ਆਪਣੇ ਆਪੇ ਵਿੱਚ ਅਭੇਦ ਹੋਇਆ ਮੇਰੀ ਸੁਰਤ ਨੂੰ ਹਲਕੀ ਜਿਹੀ ਯਾਦ ਰਹਿ ਜਾਂਦੀ ਸੀ ਕਿ ਮੇਰਾ ਇੱਕ ਮਨ ਸੀ, ਉਸ ਮਨ ਵਿੱਚ ਮੇਰਾ ਇੱਕ ਜਗਤ ਸੀ, ਉਸ ਜਗਤ ਵਿੱਚ ਮੇਰਾ ਇੱਕ ਸਰੀਰ ਸੀ ਅਤੇ ਉਸ ਮਨ ਅਤੇ ਸਰੀਰ ਨਾਲ ਸੰਬੰਧਿਤ ਕੁਝ ਯਾਦਾਂ ਸਨ। ਇਸ ਤੋਂ ਬਾਅਦ ਭਾਈ ਰਘਬੀਰ ਸਿੰਘ ਜੀ ਲਿਖਦੇ ਹਨ ਕਿ ਉਹਨਾਂ ਨੂੰ ਹੋਰ ਵੀ ਬਹੁਤ ਸਾਰੇ ਤਜਰਬਿਆਂ ਦਾ ਅਨੁਭਵ ਹੋਇਆ। ਲਿਖਦੇ ਹਨ, ਨਾਮ ਸਿਮਰਨ ਦੇ ਲਈ ਮੈਨੂੰ ਇਕਾਂਤ ਅਤੇ ਬਹੁਤ ਜ਼ਿਆਦਾ ਖਾਮੋਸ਼ ਵਾਤਾਵਰਨ ਦੀ ਲੋੜ ਮਹਿਸੂਸ ਹੋ ਰਹੀ ਸੀ। ਇਸ ਕਰਕੇ ਸ੍ਰੀ ਵਾਹਿਗੁਰੂ ਜੀ ਨੇ ਕਈ ਸਿੱਖ ਪਰਿਵਾਰਾਂ ਦੀਆਂ ਦਰਦਨਾਕ ਝਾਕੀਆਂ ਮੇਰੇ ਸਾਹਮਣੇ ਲਿਆ ਕੇ ਮੇਰੇ ਦਿਲ ਵਿੱਚ ਇੱਕ ਖਿਆਲ ਪੈਦਾ ਕਰ ਦਿੱਤਾ ਕਿ ਕਿਸੇ ਪਹਾੜ 'ਤੇ ਇੱਕ ਸਿੱਖ ਕਨਵੈਂਟ ਦਾ ਹੋਣਾ ਜ਼ਰੂਰੀ ਹੈ। 1955 ਵਿੱਚ ਆਤਮ ਸਾਇੰਸ ਟਰਸਟ ਕਲਕੱਤੇ ਵਿੱਚ ਸ੍ਰੀ ਵਾਹਿਗੁਰੂ ਜੀ ਨੇ ਕਾਇਮ ਕਰਵਾਇਆ। ਇਸੇ ਸਾਲ ਦੇ ਅਖੀਰ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਦੁਆਰਾ ਮੈਨੂੰ ਦਿਲ ਦੀ ਬਿਮਾਰੀ ਬਖਸ਼ੀ ਗਈ, ਜਿਸ ਕਰਕੇ ਮੌਤ ਹਰ ਵੇਲੇ ਮੈਨੂੰ ਯਾਦ ਰਹਿਣ ਲੱਗ ਪਈ। ਦੂਸਰੇ ਪਾਸੇ ਡਾਕਟਰਾਂ ਤੋਂ ਇਹ ਕਿਹਾ ਗਿਆ ਕਿ ਪਹਾੜ 'ਤੇ ਜਾ ਕੇ ਰਹਿਣਾ ਮੇਰੇ ਲਈ ਖਤਰਨਾਕ ਹੋਏਗਾ। 6 ਹਫ਼ਤੇ ਪਿੱਛੋਂ ਕਲਕੱਤੇ ਨਰਸਿੰਗ ਹੋਮ ਵਿੱਚ ਰਹਿਣ ਮਗਰੋਂ ਜਦ ਮੈਂ ਘਰ ਆਇਆ ਤਾਂ ਮੇਰੀ ਅਜੀਬ ਹਾਲਤ ਸੀ। ਇੱਕ ਪਾਸੇ ਪਹਾੜ 'ਤੇ ਜਾ ਕੇ ਸਿੱਖ ਕਨਵੈਂਟ ਸ਼ੁਰੂ ਕਰਨ ਦਾ ਇਰਾਦਾ ਸੀ, ਦੂਸਰੇ ਪਾਸੇ ਡਾਕਟਰਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਪਹਾੜ 'ਤੇ ਜਾਣ ਨਾਲ ਦਿਲ ਦੀ ਬਿਮਾਰੀ ਵਾਲੇ ਮਰੀਜ਼ ਨੂੰ ਖਤਰਾ ਹੁੰਦਾ ਹੈ। ਭਾਈ ਸਾਹਿਬ ਲਿਖਦੇ ਹਨ ਕਿ ਵਾਹਿਗੁਰੂ ਜੀ ਵੱਲੋਂ ਮੈਨੂੰ ਅੰਦਰੋਂ ਇਸ ਪ੍ਰਕਾਰ ਦੇ ਵਿਚਾਰ ਭੇਜੇ ਜਾਣ ਲੱਗੇ ਕਿ ਜੀਵਨ ਮਰਨ ਤਾਂ ਕਿਸੇ ਦੇ ਵੱਸ ਨਹੀਂ, ਮੌਤ ਨੇ ਤਾਂ ਇੱਕ ਦਿਨ ਆਉਣਾ ਹੀ ਆਉਣਾ ਹੈ। ਜੇਕਰ ਇਸ ਕਲਕੱਤੇ ਦੀ ਬਜਾਏ ਕਿਸੇ ਪਹਾੜ 'ਤੇ ਆਏ ਤਾਂ ਮੈਨੂੰ ਇਹ ਤਾਂ ਧਰਵਾਸ ਹੋਏਗਾ ਕਿ ਮੈਂ ਅੰਦਰੋਂ ਆ ਰਹੀ ਵਾਹਿਗੁਰੂ ਜੀ ਦੀ ਗਵਾਹੀ ਨਾਲ ਮਿਲਵਰਤਨ ਕਰਦਿਆਂ ਜਾਂ ਆਪਣਾ ਫਰਜ਼ ਨਿਭਾਉਂਦਿਆਂ ਹੋਇਆ ਆਪਣਾ ਸਰੀਰ ਤਿਆਗਿਆ ਹੈ। ਹੁਣ ਪਿੱਛੇ ਹਟਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ। ਸਿੱਖ ਦੇ ਪਾਸ ਅਰਦਾਸ ਦੇ ਸਿਵਾ ਕੁਝ ਹੁੰਦਾ ਵੀ ਨਹੀਂ। ਇਸ ਕਰਕੇ 1957 ਦੇ ਸ਼ੁਰੂ ਵਿੱਚ ਅਰਦਾਸਾਂ ਦਾ ਆਸਰਾ ਲੈਂਦੇ ਹੋਏ ਕਲਕੱਤੇ ਆਪਣੇ ਘਰਦਿਆਂ ਨੂੰ ਆਪਣੇ ਮਨੋਰਥ ਤੋਂ ਬੇਖਬਰ ਰੱਖਦੇ ਹੋਏ ਪੰਜਾਬ ਵੱਲ ਸਫ਼ਰ ਸ਼ੁਰੂ ਕਰ ਦਿੱਤਾ। ਮਈ 1957 ਵਿੱਚ ਜਦ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਡਗਸ਼ਈ ਵਿਖੇ ਸਿੱਖ ਕਨਵੈਂਟ ਖੋਲ੍ਹਣ ਦੇ ਇਰਾਦੇ ਬਾਬਤ ਪਤਾ ਦਿੱਤਾ ਅਤੇ ਇਸ ਸ਼ੁਭ ਕਾਰਜ ਨੂੰ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਪਤਾਹਕ ਪਾਠ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਕਲਕੱਤੇ, ਦਿੱਲੀ ਅਤੇ ਚੰਡੀਗੜ੍ਹ ਤੋਂ ਮੇਰੀਆਂ ਤਿੰਨੋਂ ਲੜਕੀਆਂ ਇਸ ਸੇਵਾ ਵਿੱਚ ਹਿੱਸਾ ਲੈਣ ਲਈ ਡਗਸ਼ਈ ਪਹੁੰਚ ਗਈਆਂ ਅਤੇ ਅਸੀਂ ਇਕੱਠਿਆਂ ਪਾਠ ਦਾ ਭੋਗ ਪਾਇਆ। ਇੱਕ ਹਫ਼ਤੇ ਮਗਰੋਂ ਸਭ ਨੇ ਵਾਪਸ ਆਪਣੇ ਘਰਾਂ ਨੂੰ ਜਾਣਾ ਹੀ ਸੀ, ਸੋ ਹਫ਼ਤੇ ਮਗਰੋਂ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇੱਕ ਗੈਰ ਆਬਾਦ ਅਤੇ ਸੁੰਨਸਾਨ ਪਹਾੜ ਉੱਤੇ ਉੱਥੋਂ ਦੇ ਇੱਕ ਪਹਾੜੀ ਬਾਵਰਚੀ ਸਮੇਤ ਰਹਿਣਾ ਸ਼ੁਰੂ ਕਰ ਦਿੱਤਾ। ਕਈ ਦਿਨ ਕੋਈ ਹੋਰ ਆਦਮੀ ਮੱਥੇ ਹੀ ਨਹੀਂ ਸੀ ਲੱਗਦਾ। ਸ਼ਾਮ ਵੇਲੇ ਲਾਂਗਰੀ ਖਾਣਾ ਖਵਾ ਕੇ ਅਤੇ ਕੋਠੀ ਦੇ ਸਭ ਦਰਵਾਜ਼ੇ ਬੰਦ ਕਰਕੇ ਕੋਠੀ ਦੇ ਦੂਸਰੇ ਸਿਰੇ ਦੇ ਕਮਰੇ ਵਿੱਚ ਸੌਣ ਲਈ ਚਲਾ ਜਾਂਦਾ ਸੀ ਅਤੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਦੇ ਕਮਰੇ ਵਿੱਚ, ਜਿੱਥੇ ਆਪਣੀ ਰਿਹਾਇਸ਼ ਰੱਖੀ ਹੋਈ ਸੀ, ਦਾਖਲ ਹੋ ਜਾਂਦਾ ਸਾਂ। ਇਸ ਤਰ੍ਹਾਂ ਦਿਨ, ਹਫ਼ਤੇ ਅਤੇ ਮਹੀਨੇ ਬੀਤਦੇ ਗਏ। ਇੱਥੇ ਸਿਮਰਨ ਵਿੱਚ ਅਣਹੱਦ ਸ਼ਬਦ ਜੋ ਇੱਥੇ ਆਉਣ ਤੋਂ ਪਹਿਲੇ ਵੀ ਕਈ ਵਾਰੀ ਮੈਂ ਸੁਣਦਾ ਹੁੰਦਾ ਸਾਂ,
ਲਗਾਤਾਰ ਤੇ ਸਪਸ਼ਟ ਤੌਰ ਤੇ ਸੁਣਨ ਦਾ ਬੜਾ ਸੁਭਾਗ ਮਿਲਿਆ। ਕਈ ਵਾਰੀ ਐਸਾ ਹੁੰਦਾ ਸੀ ਕਿ ਰਾਤ ਨੂੰ ਅਣਹਦ ਸ਼ਬਦ ਸੁਣਦਾ ਹੀ ਮੈਂ ਸੋ ਜਾਂਦਾ ਸਾਂ, ਅਤੇ ਜਦ ਜਾਗ ਖੁੱਲ੍ਹਦੀ ਸੀ ਤਾਂ ਸਭ ਤੋਂ ਪਹਿਲਾਂ ਅਣਹਦ ਸ਼ਬਦ ਹੀ ਸੁਣਾਈ ਦਿੰਦੇ। ਜਾਗ ਖੁੱਲ੍ਹਣ ਮਗਰੋਂ ਕਿੰਨਾ ਚਿਰ ਅਣਹਦ ਸ਼ਬਦ ਸੁਣਦੇ ਗੁਜ਼ਰ ਜਾਂਦੇ ਅਤੇ ਪਤਾ ਹੀ ਨਾ ਲੱਗਣਾ ਕਿ ਫੇਰ ਨੀਂਦਰ ਆ ਗਈ ਹੈ। ਜਦ ਫੇਰ ਜਾਗ ਖੁੱਲ੍ਹਣੀ ਤਾਂ ਫੇਰ ਅਣਹਦ ਸ਼ਬਦ ਸੁਣਾਈ ਦੇਣ ਲੱਗ ਪੈਣੇ। ਇਹ ਮੈਨੂੰ ਅੱਗੇ ਵੀ ਪਤਾ ਸੀ ਕਿ ਅਣਹਦ ਸ਼ਬਦ ਸਿਮਰਨ ਅਭਿਆਸੀ ਦੇ ਰਸਤੇ ਵਿੱਚ ਪਹਾੜ ਹੈ। ਇਸ ਰਸਤੇ ਦੀ ਇਹ ਇੱਕ ਚੰਗੀ ਨਿਸ਼ਾਨੀ ਹੈ, ਪਰ ਸਿਮਰਨ ਅਭਿਆਸ ਦਾ ਅੰਤ ਨਹੀਂ। ਸਿਮਰਨ ਦਾ ਆਦਰਸ਼ ਤਾਂ ਸ੍ਰੀ ਵਾਹਿਗੁਰੂ ਜੀ ਦੀ ਪ੍ਰਾਪਤੀ ਹੈ। ਹੁਣ ਦਿਨ ਰਾਤ ਜਦ ਜੀ ਕਰੇ ਅਣਹਦ ਸ਼ਬਦ ਸੁਣ ਕੇ ਅੰਦਰੋਂ ਸ੍ਰੀ ਵਾਹਿਗੁਰੂ ਜੀ ਦੀ ਕਿਰਪਾਲਤਾ ਭਰੀ ਪ੍ਰੇਰਨਾ ਅਨੁਸਾਰ ਉਸ ਅਵਸਥਾ ਵਿੱਚ ਮੈਨੂੰ ਹੌਲੇ ਲੈ ਜਾਇਆ ਗਿਆ, ਜਿਸ ਅਵਸਥਾ ਦਾ ਜ਼ਿਕਰ ਮੈਂ ਇਸ ਲੇਖ ਦੇ ਸ਼ੁਰੂ ਵਿੱਚ ਕੀਤਾ ਸੀ ਕਿ ਮਨ ਜਾਂ ਹਉਮੈ ਨੂੰ ਆਪਣੀ ਸੁਰਤ ਵਿੱਚੋਂ ਐਲੀਮੀਨੇਟ ਕਰਕੇ ਮਨ ਦੇ ਪਿੱਛੇ ਆਪਣੇ ਅਸਲ ਆਪੇ ਜਾਂ ਮੂਲ ਦੇ ਅਨੁਭਵ ਵਿੱਚ ਪਹਿਲੇ ਸਾਖਸ਼ਾਤ ਦਰਸ਼ਨ ਅਤੇ ਫਿਰ ਹੌਲੀ ਉਸ ਆਪੇ ਵਿੱਚ ਚੁੱਭੀ ਲਾ ਕੇ ਆਪਣੇ ਆਪ ਨੂੰ ਅਲੋਪ ਕਰਕੇ ਜੋ ਕੁ ਬਾਕੀ ਪਿੱਛੇ ਰਹਿ ਜਾਵੇ ਉਸ ਨੂੰ ਅਨੁਭਵ ਕਰਨਾ ਅਭਿਆਸ ਦੀ ਇੱਕ ਬੜੀ ਦਿਲਚਸਪ ਹਾਲਤ ਸੀ। ਇਸ ਹਾਲਤ ਵਿੱਚ ਮਨ ਅਤੇ ਮਨ ਦੀ ਰਚੀ ਜਗਤ ਰਚਨਾ ਕਿਤੇ ਨੀਵੇਂ ਰਹਿ ਜਾਂਦੀ ਹੈ ਅਤੇ ਕਈ ਵਾਰ ਐਸਾ ਪ੍ਰਤੀਤ ਹੁੰਦਾ ਕਿ ਜਗਤ ਰਚਨਾ ਕਦੀ ਹੋਈ ਹੀ ਨਹੀਂ। ਇਸ ਅਵਸਥਾ ਵਿੱਚ ਮਨ, ਦੇਸ਼, ਕਾਲ, ਕਾਰਨ ਕੁਝ ਵੀ ਨਹੀਂ ਸੀ ਰਹਿੰਦੇ। ਇਸ ਤੋਂ ਅੱਗੇ ਆਨੰਦ ਤੇ ਖਿਆਲ ਨੂੰ ਵੀ ਸੁਰਤ ਵਿੱਚੋਂ ਪਰਾਂ ਹਟਾ ਕੇ ਉਹ ਜਿਸ ਨੂੰ ਆਨੰਦ ਆਉਂਦਾ ਸੀ ਉਹ ਹੋ ਜਾਣ ਦੀ ਅਵਸਥਾ ਆ ਗਈ। ਇਸ ਅਵਸਥਾ ਵਿੱਚ ਅਣਹਦ ਸ਼ਬਦ ਵੀ ਸੁਣਾਈ ਦੇਣੇ ਬੰਦ ਹੋ ਗਏ ਸਨ। ਇਸ ਤੋਂ ਬਾਅਦ ਅਭਿਆਸ ਵਿੱਚ ਕਈ ਵਾਰ ਐਸਾ ਪ੍ਰਤੀਤ ਕਰਵਾਇਆ ਗਿਆ ਕਿ ਮੈਂ ਤੇ ਮੇਰਾ ਆਪਾ ਜਾਂ ਮੂਲ ਕਦੀ ਸਰੀਰ ਵਿੱਚ ਆਏ ਜਾਂ ਰਹੇ ਹੀ ਨਹੀਂ। ਅਸੀਂ ਹਮੇਸ਼ਾ ਸਰੀਰ ਤੋਂ ਬਾਹਰ, ਸਰੀਰ ਤੋਂ ਅਲੱਗ ਹੀ ਰਹੇ ਹਾਂ। ਸਾਡਾ ਪਰਛਾਵਾਂ ਜਾਂ ਰਿਫਲੈਕਸ਼ਨ ਹੀ ਸਰੀਰ ਵਿੱਚ ਆਉਂਦਾ ਹੈ ਅਤੇ ਉਸ ਦੇ ਪ੍ਰਤਾਪ ਨਾਲ ਹੀ ਸਰੀਰਕ ਜੀਵਨ ਆਰੰਭ ਹੋ ਜਾਂਦਾ ਹੈ। ਸਰੀਰਕ ਜੀਵਨ ਦੇ ਅੰਤ ਵਿੱਚ ਸਾਡਾ ਪਰਛਾਵਾਂ ਜਾਂ ਅਕਸ ਅੰਦਰਮੁਖੀ ਹੋ ਕੇ ਸਾਡੇ ਵਿੱਚ ਹੀ ਸਮਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੌਥੇ ਪਦ ਮੈਂ ਜਨ ਕੀ ਜਿੰਦ ਦਾ ਸ਼ਾਇਦ ਕੁਝ ਇਹੋ ਜਿਹਾ ਹੀ ਅਰਥ ਹੋਵੇ। ਪਿਆਰੇ ਪਾਠਕ, ਉੱਪਰ ਲਿਖਿਆ ਸਭ ਕੁਝ ਕੇਵਲ ਅਭਿਆਸ ਵਿੱਚ ਸ੍ਰੀ ਵਾਹਿਗੁਰੂ ਜੀ ਵੱਲੋਂ ਕਰਵਾਇਆ ਗਿਆ ਮੇਰਾ ਤਜਰਬਾ ਹੈ। ਮੈਂ ਹਰ ਵੇਲੇ ਅਜੇ ਵੀ ਅਭਿਆਸ ਵਿੱਚ ਕੀਤੇ ਉੱਚੇ ਤਜਰਬਿਆਂ ਨਾਲ ਹੀ ਨਹੀਂ ਰਹਿ ਸਕਦਾ। ਕਈ ਵਾਰ ਮੇਰੀ ਸੁਰਤ ਅਜੇ ਵੀ ਮੁੜ ਪੁਰਾਣੇ, ਸ਼ਾਇਦ ਕਈ ਸਦੀਆਂ ਦੇ ਪੁਰਾਣੇ ਮਨ ਦੇ ਨਿਸ਼ਚਿਆਂ ਤੇ ਭੁਲੇਖਿਆਂ ਦੀ ਤਲਖ ਤੇ ਪੁਰਾਣੀ ਦੁਨੀਆ ਵਿੱਚ ਆਣ ਡਿੱਗਦੀ ਹੈ। ਪਰ ਸ਼ੁਕਰ ਹੈ ਮੇਰਾ ਮੂਲ, ਮੇਰਾ ਵਾਹਿਗੁਰੂ ਜੀ ਸਦਾ ਅੰਗ ਸੰਗ ਤੇ ਸਮਰੱਥ ਹੋਣ ਕਰਕੇ ਮੇਰੀ ਡਿੱਗੀ ਸੁਰਤ ਨੂੰ ਨਾਮ ਜਪਵਾ ਕੇ ਮੁੜ ਆਪਣੇ ਚਰਨਾਂ ਵਿੱਚ ਲੈ ਜਾਂਦੇ ਹਨ। ਪਤਾ ਨਹੀਂ ਕਿਤਨਾ ਚਿਰ ਇਹ ਹੋ ਰਹਿਣਾ ਹੈ। ਜਦ 1964 ਵਿੱਚ ਮੇਰਾ ਅੰਗਰੇਜ਼ ਡਾਕਟਰ, ਕਲਕੱਤੇ ਦਾ ਮਸ਼ਹੂਰ ਹਾਰਟ ਸਪੈਸ਼ਲਿਸਟ ਡਾਕਟਰ ਲੇਨ ਆਪਣੇ ਮੂੰਹੋਂ ਮੈਨੂੰ ਆਖਣ ਲੱਗਾ ਕਿ ਤੇਰਾ ਹਾਰਟ ਤਾਂ ਪਹਾੜ 'ਤੇ ਰਹਿ ਕੇ ਅੱਗੇ ਨਾਲੋਂ ਵੀ ਚੰਗਾ ਹੋ ਗਿਆ ਹੈ, ਤਾਂ ਮੈਂ ਚੁੱਪ ਕਰਕੇ ਸੁਣ ਛੱਡਦਾ ਸੀ। ਉਹ ਇਹ ਸਮਝਦਾ ਸੀ ਕਿ ਮੈਂ ਪੰਜਾਬੀ ਹੋਣ ਕਰਕੇ ਦਿਲ ਦੀ ਬਿਮਾਰੀ ਦਾ ਇਸ ਤਰ੍ਹਾਂ ਸਫਲਤਾ ਨਾਲ ਮੁਕਾਬਲਾ ਕਰ ਸਕਿਆ ਹਾਂ, ਪਰ ਮੈਨੂੰ ਤਾਂ ਪਤਾ ਹੈ ਕਿ ਇਹ ਸਭ ਕੁਝ ਕਿਸ ਦੇ ਪ੍ਰਤਾਪ ਤੇ ਰਹਿਮਤ ਸਦਕਾ ਹੈ। ਸੋ ਅੱਜ ਦੇ ਇਸ ਪ੍ਰਸੰਗ ਦੇ ਵਿੱਚ ਸਾਨੂੰ ਸਹਿਜੇ ਸਮਝ ਆ ਚੁੱਕਿਆ ਹੋਵੇਗਾ ਕਿ ਸਿਮਰਨ ਦੀਆਂ ਕਿੰਨੀਆਂ ਅਵਸਥਾਵਾਂ ਹਨ, ਕਿੰਨੀਆਂ ਬਰਕਤਾਂ ਹਨ, ਕਿ ਸਿਮਰਨ ਦੇ ਵਿੱਚ ਜੇ ਕੋਈ ਦੁੱਖ ਵੀ ਆਉਂਦਾ ਹੈ ਤਾਂ ਉਹ ਵੀ ਸਾਨੂੰ ਦਾਰੂ ਪ੍ਰਤੀਤ ਹੁੰਦਾ ਹੈ, ਕਿਉਂਕਿ ਨਾਮ ਸਿਮਰਨ ਇੰਨਾ ਰਸਮਈ ਹੈ। ਗੁਰੂ ਪਾਤਸ਼ਾਹ ਇਸ ਬਾਰੇ ਦੱਸਦੇ ਹਨ ਕਿ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾ ਬਿਨਾ ਸਭ ਕੂੜ ਗਾਲੀ ਹੋਛੀਆਂ, ਕਿ ਇਹ ਅਵਸਥਾ ਦੇ ਵਿੱਚ ਸਭ ਕੁਛ ਫਨਾ ਪ੍ਰਤੀਤ ਹੁੰਦਾ ਹੈ ਤੇ ਨਾਮ
ਇੱਕੋ ਇੱਕ ਆਸਰਾ ਪ੍ਰਤੀਤ ਹੁੰਦਾ ਹੈ, ਜੋ ਕਿ ਵਾਹਿਗੁਰੂ ਜੀ ਦੀ ਪ੍ਰਤੀਤੀ ਕਰਵਾਉਂਦਾ ਹੈ, ਵਾਹਿਗੁਰੂ ਜੀ ਦੀ ਸੰਗਤ ਕਰਾਉਂਦਾ ਹੈ। ਤੇ ਨਾਮ ਅਭਿਆਸੀ ਜਦੋਂ ਇਸ ਰੰਗ ਵਿੱਚ ਜੁੜ ਜਾਂਦਾ ਹੈ ਤਾਂ ਉਸ ਨੂੰ ਹੋਰ ਕੋਈ ਚਾਹ ਵੀ ਅੰਦਰ ਰਹਿ ਨਹੀਂ ਜਾਂਦੀ, ਕਿਉਂਕਿ ਸਾਰੀਆਂ ਖੁਸ਼ੀਆਂ ਦਾ ਮਾਲਕ, ਸਾਰੀਆਂ ਦਾਤਾਂ ਦਾ ਮਾਲਕ ਸ੍ਰੀ ਵਾਹਿਗੁਰੂ ਜੀ ਉਸ ਦੇ ਕੋਲ ਆਪ ਪ੍ਰਤੱਖ ਰੂਪ ਦੇ ਵਿੱਚ ਹਾਜ਼ਰ ਹੁੰਦਾ ਹੈ, ਉਸ ਦੇ ਨਾਲ ਰਹਿੰਦਾ ਹੈ, ਉਸ ਨਾਲ ਪਿਆਰ ਕਰਦਾ ਹੈ। ਤੇ ਇਹ ਪਿਆਰ ਜੋ ਕਿ ਸਭ ਤੋਂ ਸੱਚਾ ਪਿਆਰ ਹੈ, ਜਿਸ ਬਾਰੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਿ ਜਿਨ੍ਹਾਂ ਨੇ ਅਜਿਹਾ ਪ੍ਰੇਮ ਆਪਣੇ ਵਾਹਿਗੁਰੂ ਜੀ ਨਾਲ ਕੀਤਾ ਹੈ, ਉਹਨਾਂ ਨੇ ਉਸ ਵਾਹਿਗੁਰੂ ਜੀ ਤੋਂ ਉਸ ਵਾਹਿਗੁਰੂ ਨੂੰ ਹੀ ਪ੍ਰਾਪਤ ਕਰ ਲਿਆ ਹੈ। ਅਜਿਹੇ ਵਿਰਲੇ ਸ਼ਖਸ ਹਨ ਜਿਹੜੇ ਕਿ ਇਸ ਨਾਮ ਦੀ ਅਵਸਥਾ ਤੱਕ ਪਹੁੰਚਦੇ ਹਨ। ਸੋ ਅੱਜ ਦੀ ਵਿਚਾਰ ਦੇ ਵਿੱਚ ਸੀ ਭਾਈ ਰਘਬੀਰ ਸਿੰਘ ਜੀ ਦੇ ਸਿਮਰਨ ਅਭਿਆਸ ਅਤੇ ਉਹਨਾਂ ਦੇ ਅਧਿਆਤਮਕ ਅਨੁਭਵ ਨੂੰ ਸਮਝਣ ਦਾ ਯਤਨ ਕੀਤਾ ਹੈ। ਇਸ ਯਤਨ ਤੋਂ, ਇਸ ਅਨੁਭਵ ਤੋਂ ਸੇਧ ਲੈ ਕੇ ਅਸੀਂ ਵੀ ਆਪਣੀ ਨਾਮ ਵਾਲੇ ਪਾਸੇ ਸੁਰਤ ਨੂੰ ਜੋੜਨਾ ਕਰੀਏ ਤੇ ਕਿਤੇ ਨਾ ਕਿਤੇ ਜੀਵਨ ਦੇ ਵਿੱਚ ਵਾਹਿਗੁਰੂ ਜੀ ਦੀ ਸਮੀਪਤਾ ਨੂੰ ਹਾਸਲ ਕਰ ਸਕੀਏ, ਉਹਨਾਂ ਅਨੁਭਵਾਂ ਨੂੰ ਮਾਣ ਸਕੀਏ ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸੇਧ ਦੇ ਰਹੇ ਹਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।